ਪਿਆਰੇ ਵਿਦਿਆਰਥੀਓ, ਮੈਂ ਗੁਰਨਾਮ ਸਿੰਘ ਪੰਜਾਬੀ ਪ੍ਰਾਧਿਆਪਕ ਅੱਜ 10ਵੀਂ ਜਮਾਤ ਦੇ ਆਪਣੇ ਪੰਜਾਬੀ ਦੇ ਵਿਦਿਆਰਥੀਆਂ ਦੇ ਰੂਬਰੂ ਹੋਣ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਵਾਕਫੀਅਤ ਕਿਤਾਬਾਂ ਨਾਲ ਕਰਵਾਉਣਾ ਚਾਹਾਂਗਾ। ਦੋ ਪਾਠ ਪੁਸਤਕਾਂ ਆਪ ਜੀ ਦੇ ਸਿਲੇਬਸ ਵਿੱਚ ਦਰਜ ਨੇ। ਪਹਿਲੀ ਕਿਤਾਬ ਦਾ ਨਾਂ ਹੈ ਸਾਹਿਤਕ ਕਿਰਨਾਂ ਤੇ ਦੂਜੀ ਕਿਤਾਬ ਹੈ ਸਾਹਿਤਕ ਰੰਗ। ਸਾਹਿਤਕ ਕਿਰਨਾਂ ਵਿੱਚ ਕਵਿਤਾਵਾਂ ਸ਼ਾਮਲ ਨੇ, ਵਾਰਤਕ ਸ਼ਾਮਲ ਹੈ ਤੇ ਸਾਹਿਤਕ ਰੰਗ ਵਿੱਚ ਕਹਾਣੀ, ਇਕਾਂਗੀ ਤੇ ਜੀਵਨੀਆਂ। ਜਿਹੜੀ ਪਹਿਲੀ ਕਿਤਾਬ ਹੈ ਸਾਹਿਤਕ ਕਿਰਨਾਂ, ਇਹਦੇ ਵਿੱਚ ਕੁੱਲ 8 ਕਵਿਤਾਵਾਂ ਦਰਜ ਨੇ। ਜਿਹੜਾ ਇਹਦਾ ਕਵਿਤਾ ਭਾਗ ਹੈ ਉਹਦੇ ਵਿੱਚ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰਮਤਿ ਕਾਵਿਧਾਰਾ ਦੀ ਜਿੱਥੇ ਪ੍ਰਤੀਨਿਧਤਾ ਕੀਤੀ ਜਾ ਰਹੀ ਹੈ, ਅਗਵਾਈ ਕੀਤੀ ਜਾ ਰਹੀ ਹੈ, ਉੱਥੇ ਨਾਲ ਹੀ ਸੂਫੀ ਕਲਾਮ ਸ਼ਾਹ ਹੁਸੈਨ, ਜੋ ਇੱਕ ਬਹੁਤ ਵੱਡਾ ਨਾਂ ਹੈ ਸਾਡੇ ਕੋਲੋਂ ਪੰਜਾਬੀ ਜਗਤ ਦੇ ਵਿੱਚ, ਉਹਦਾ ਕਲਾਮ ਅਸੀਂ ਪੜ੍ਹਾਂਗੇ। ਇਸ ਤੋਂ ਬਾਅਦ ਸਾਡੇ ਕੋਲੋਂ ਆਧੁਨਿਕ ਪੰਜਾਬੀ ਕਵੀਆਂ ਦਾ ਕਲਾਮ ਵੀ ਸਾਹਮਣੇ ਆਉਂਦਾ, ਜਿਹਦੇ ਵਿੱਚ 4-5 ਕਵੀ ਨੇ ਜਿਨ੍ਹਾਂ ਦੀ ਕਵਿਤਾ ਤੋਂ ਅਸੀਂ ਜਾਣੂ ਹੋਵਾਂਗੇ। ਆਧੁਨਿਕ ਕਵੀਆਂ 'ਚੋਂ ਸਭ ਤੋਂ ਪਹਿਲਾਂ ਜਸਵੰਤ ਸਿੰਘ ਸੇਖਵਾਂ ਹੈ। ਇਹਨਾਂ ਦੀ ਕਵਿਤਾ ਰੁੱਖਾਂ ਬਾਝੋਂ ਧਰਤੀ ਆਪ ਜੀ ਨੂੰ ਪੜ੍ਹਾਈ ਜਾਏਗੀ। ਰੁੱਖ ਸਾਡੇ ਜੀਵਨ ਵਿੱਚ, ਸਾਡੇ ਪਰਿਆਵਰਣ ਵਿੱਚ ਕੀ ਅਹਿਮੀਅਤ ਰੱਖਦੇ ਨੇ, ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਨਾਲ ਇਹਨਾਂ ਦਾ ਕਿੰਨਾ ਗੂੜਾ ਸੰਬੰਧ ਹੈ, ਇਸ ਦਾ ਜ਼ਿਕਰ ਇਸ ਕਵਿਤਾ ਵਿੱਚ ਕੀਤਾ ਗਿਆ। ਕਸ਼ਮੀਰ ਨੀਰ ਸਾਡੇ ਅਗਲੇ ਕਵੀ ਨੇ, ਜੋ ਸਾਨੂੰ ਦੱਸਣਗੇ ਕਿ ਬਦਲਦੇ ਦੌਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ-ਕਿਹੜੀਆਂ ਕਦਰਾਂ ਕੀਮਤਾਂ ਨੇ ਜੋ ਸਾਡੇ ਪੰਜਾਬੀ ਸੱਭਿਆਚਾਰ 'ਚੋਂ, ਪੰਜਾਬੀ ਰਹਿਤਲ 'ਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਤੇ ਕਵਿਤਾ ਦਾ ਨਾਂ ਹੈ ਗੁੰਮਨੇ ਰਸੋਈ ਵਿੱਚੋਂ। ਇਸ ਤੋਂ ਬਾਅਦ ਸਾਡੇ ਕੋਲ ਇੱਕ ਕਵੀ ਨੇ ਪਵਨ ਹਰਚੰਦਪੁਰੀ। ਉਹਨਾਂ ਦੀ ਇੱਕ ਲੰਮੀ ਕਵਿਤਾ ਜਿਹਦੇ 15 ਪੈਰਾਗ੍ਰਾਫ ਹੈ, ਗੁਰੂ ਉਪਦੇਸ਼। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਉਹਨਾਂ ਦੇ ਜਿਹੜੇ ਬੋਲ ਨੇ, ਜੋ ਗੁਰਮਤਿ ਦੀ ਫਿਲਾਸਫੀ ਹੈ, ਸਿੱਖੀ, ਸਿੱਖਿਆ, ਗੁਰ ਵਿਚਾਰ, ਉਹਦਾ ਜਿਹੜਾ ਹੈ ਖੁਲਾਸਾ ਉਹਨਾਂ ਨੇ ਆਪਣੀ ਇਸ ਕਵਿਤਾ ਦੇ ਵਿੱਚ ਕੀਤਾ ਕਿ ਗੁਰੂਆਂ ਦਾ ਉਪਦੇਸ਼ ਕੀ ਹੈ ਤੇ ਕੀ ਅਸੀਂ ਗੁਰੂਆਂ ਦੇ ਦੱਸੇ ਉਪਦੇਸ਼ ਤੇ ਉਹਨਾਂ ਦੇ ਪਾਏ ਪੂਰਨੀਆਂ ਤੇ ਚੱਲ ਰਹੇ ਹਾਂ। ਸਿਰਫ ਕੋਈ ਬਾਣਾ, ਕੋਈ ਲਿਬਾਸ ਪਾ ਕੇ ਹੀ ਗੁਰਸਿੱਖ ਨਹੀਂ ਹੋ ਜਾਂਦਾ ਜਾਂ ਗੁਰੂ ਕਾ ਸਿੰਘ ਨਹੀਂ ਹੋ ਜਾਂਦਾ। ਉਹਨੂੰ ਜਿਹੜੇ ਸਾਡੇ ਗੁਰੂਆਂ ਦੇ ਦੱਸੇ ਹੋਏ ਸਰਬ ਸਾਂਝੀਵਾਲਤਾ ਦੇ, ਮਨੁੱਖਤਾ ਦੇ ਜਿਹੜੇ ਰਸਤੇ ਹੈ, ਉਹਨਾਂ 'ਤੇ ਟੁਰਨਾ ਵੀ ਪੈਂਦਾ। ਇਸ ਤੋਂ ਇਲਾਵਾ ਕੁਲਵੰਤ ਸਿੰਘ ਰਫੀਕ ਸਾਡੇ ਹਰਿਆਣਾ ਦੇ ਪੰਜਾਬੀ ਕਵੀ ਨੇ, ਜਿਨ੍ਹਾਂ ਨੇ ਪੰਜਾਬੀ ਬੋਲੀ ਦੀ ਜੋ ਅਹਿਮੀਅਤ ਹੈ, ਜੋ ਸਾਡੀ ਮਾਂ ਬੋਲੀ ਦੀ ਸਾਡੀ ਜ਼ਿੰਦਗੀ ਦੇ ਵਿੱਚ ਖਾਸੀਅਤ ਹੁੰਦੀ ਹੈ, ਉਹ ਜੋ ਇੱਕ ਰੋਲ ਪਲੇ ਕਰਦੀ ਹੈ, ਇੱਕ ਜੋ ਭੂਮਿਕਾ ਨਿਭਾਉਂਦੀ ਹੈ ਸਾਡੇ ਵਿਅਕਤੀਤਵ ਦੇ ਵਿਕਾਸ ਦੇ ਵਿੱਚ, ਉਹਦਾ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਹੈ ਉਹਨਾਂ ਨੇ ਜ਼ਿਕਰ ਕੀਤਾ। ਇਸ ਤੋਂ ਬਾਅਦ ਡਾਕਟਰ ਸੁਦਰਸ਼ਨ ਗਾਸੂ ਹੈ, ਜਿਨ੍ਹਾਂ ਦੀ ਕਵਿਤਾ ਮਾਂ ਜੋ ਇੱਧਰ ਵੀ ਤੇ ਉੱਧਰ ਵੀ, ਆ ਜਿਹੜਾ ਸਾਂਝਾ ਪੰਜਾਬ ਹੈ ਸਾਡਾ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਇੱਕ ਪਾਸੇ ਪਾਕਿਸਤਾਨ ਹੈ, ਇੱਕ ਪਾਸੇ ਹਿੰਦੁਸਤਾਨ ਹੈ। ਪਾਕਿਸਤਾਨ ਵਿੱਚ ਵੀ ਪੰਜਾਬੀ ਭਾਸ਼ਾ ਬੋਲੀ ਜਾ ਰਹੀ ਹੈ, ਹਿੰਦੁਸਤਾਨ ਵਿੱਚ ਵੀ ਪੰਜਾਬੀ ਭਾਸ਼ਾ ਬੋਲੀ ਜਾ ਰਹੀ ਹੈ। ਸਾਡੀ ਬੋਲ ਬਾਣੀ ਇੱਕੋ ਜੀ, ਸਾਡਾ ਪਹਿਰਾਵਾ ਇੱਕੋ ਜਿਹਾ, ਸਾਡੇ ਰੀਤੀ ਰਿਵਾਜ ਬਹੁਤ ਮਿਲਦੇ ਜੁਲਦੇ, ਤੇ ਸਾਡੇ ਦਿਲਾਂ ਵਿੱਚ ਫਰਕ ਕਿਉਂ ਫਿਰ? ਜਦ ਸਾਡਾ ਸੱਭਿਆਚਾਰ ਇੱਕ ਹੈ, ਸਾਡੀ ਸੰਸਕ੍ਰਿਤੀ ਇੱਕ ਹੈ, ਤੇ ਉਹਦਾ ਜਿਹੜਾ ਜ਼ਿਕਰ ਹੈ ਉਹ ਬਹੁਤ ਹੀ ਅਲੱਗ ਜਿਹੇ, ਬੜੇ ਵੱਖਰੇ ਜਿਹੇ ਅੰਦਾਜ਼ ਵਿੱਚ ਡਾਕਟਰ ਸੁਦਰਸ਼ਨ ਗਾਸੂ ਨੇ ਕੀਤਾ। ਉਸ ਤੋਂ ਬਾਅਦ ਡਾਕਟਰ ਦਵਿੰਦਰ ਬੀਬੀਪੁਰੀ ਹੈ, ਇਹ ਵੀ ਹਰਿਆਣਾ ਤੋਂ ਹੀ ਤਾਲੁਕ ਰੱਖਦੇ ਹੈ, ਤੇ ਇਹਨਾਂ ਦੀ ਇੱਕ ਕਵਿਤਾ ਹੈ ਕੁੱਖ ਦੀ ਆਵਾਜ਼। ਸਾਡੇ ਹਰਿਆਣਾ ਸਰਕਾਰ ਦਾ ਇੱਕ
ਇੱਕ ਅਭਿਆਨ ਵੀ ਹੈ, ਇੱਕ ਮੁਹਿੰਮ ਵੀ ਹੈ, ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਸਭ ਤੋਂ ਪਹਿਲਾਂ ਤਾਂ ਧੀਆਂ ਨੂੰ ਬਚਾਉਣਾ ਜ਼ਰੂਰੀ ਆ। ਕੁੱਖ ਵਿੱਚ ਧੀ, ਧਰਤ ਵਿੱਚ ਪਾਣੀ, ਮੁੱਕ ਗਏ ਤਾਂ ਖਤਮ ਕਹਾਣੀ। ਜਿਹੜੀ ਭਰੂਣ ਹੱਤਿਆ ਸਾਡੀ ਆ, ਜਿਹੜਾ ਕੁੜੀਆਂ ਦੀ ਨਜ਼ਰਅੰਦਾਜ਼ਗੀ ਆ ਇਸ ਪੁਰਖ ਪ੍ਰਧਾਨ ਸਮਾਜ ਦੇ ਵਿੱਚ, ਤੇ ਇਹ ਜਿਹੜੀ ਸਾਡੀ ਅਲਟਰਾਸਾਊਂਡ ਦੀਆਂ ਮਸ਼ੀਨਾਂ ਜੋ ਵੀਰਾਂ ਨੂੰ ਤਾਂ ਕੁਝ ਨਹੀਂ ਕਹਿੰਦੀਆਂ ਲੇਕਿਨ ਧੀਆਂ ਲਈ ਸਾਡੇ ਸੰਗੀਨਾਂ ਬਣ ਜਾਂਦੀਆਂ, ਉਹਨਾਂ ਦਾ ਇੱਕ ਚਿੱਤਰਣ ਉਹ ਕੁੱਖ 'ਚੋਂ ਜਿਹੜੀ ਬੱਚੀ ਜਨਮ ਲੈਣਾ ਚਾਹ ਰਹੀ ਆ ਤੇ ਉਹਦੇ ਲਈ ਦੁਨੀਆ ਦੇ ਰਸਤੇ ਜੋ ਬੰਦ ਕੀਤੇ ਜਾ ਰਹੇ ਆ, ਉਹ ਕੀ ਕਹਿੰਦੀ ਹੈ ਉਸ ਦਾ ਖੁਲਾਸਾ ਇਸ ਕਵਿਤਾ ਵਿੱਚ ਕੀਤਾ ਗਿਆ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਵਾਰਤਕ ਭਾਗ। ਵਾਰਤਕ ਭਾਗ ਵਿੱਚ ਸਾਨੂੰ ਵਿਅੰਗ ਵੀ ਨਜ਼ਰ ਆਏਗਾ। ਕੇ.ਐਲ. ਗਰਗ ਸਾਡੇ ਪੰਜਾਬੀ ਦੇ ਬਹੁਤ ਵੱਡੇ ਵਿਅੰਗਕਾਰ ਨੇ ਤੇ ਉਹਨਾਂ ਨੇ ਜਿਹੜਾ ਨਿਬੰਧ ਲਿਖਿਆ ਹੈ ਨੰਬਰ 1 ਦੀ ਰੇਸ, ਸਾਡੇ ਪੰਜਾਬੀਆਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਆ ਕਿ ਅਸੀਂ ਹਰ ਥਾਂ ਤੇ ਨੰਬਰ 1 ਰਹਿਣਾ, ਪਰ ਇਹ ਦੌੜ ਕੋਈ ਚੰਗੀ ਗੱਲ ਨਹੀਂ ਹੈ। ਇਹਦੇ ਵਿੱਚ ਕੀ ਕੁਝ ਅਸੀਂ ਆਪਣਾ ਆਪਾ ਗਵਾ ਰਹੇ ਹਾਂ, ਕਿਸ ਤਰ੍ਹਾਂ ਅਸੀਂ ਜ਼ਮੀਨਾਂ ਵੇਚ ਕੇ ਵੱਡੀਆਂ ਵੱਡੀਆਂ ਗੱਡੀਆਂ ਖਰੀਦ ਰਹੇ ਹਾਂ, ਕਿਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਫਜ਼ੂਲ ਖਰਚੀਆਂ ਕਰ ਰਹੇ ਹਾਂ, ਕਿਸ ਤਰ੍ਹਾਂ ਹੋਰ ਸਾਡੀਆਂ ਵਿੱਚ ਭੈੜੀਆਂ ਅਲਾਮਤਾਂ ਜਿਹੜੀਆਂ ਹੌਲੀ ਹੌਲੀ ਘਰ ਕਰ ਰਹੀਆਂ, ਕਿਸ ਤਰ੍ਹਾਂ ਫੋਕੀ ਚੌਧਰਪਣੇ ਦੇ ਵਿੱਚ ਅਸੀਂ ਆਪਣੇ ਆਪ ਤੋਂ ਹਾਰ ਰਹੇ ਹਾਂ, ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਾਂ। ਇਹਨਾਂ ਮਸਲਿਆਂ ਦਾ ਉਸਨੇ ਬੜੇ ਹੀ ਇੱਕ ਨਵੇਕਲੇ ਜਿਹੇ ਅੰਦਾਜ਼ ਦੇ ਵਿੱਚ ਖੁਲਾਸਾ ਕੀਤਾ। ਰਾਜਿੰਦਰ ਸਿੰਘ ਸਾਡੇ ਇੱਕ ਹੋਰ ਨਿਬੰਧਕਾਰ ਹੈ ਜੋ ਦੱਸਦੇ ਹੈ ਕਿ ਮਨੁੱਖ ਕਿੱਦਾਂ ਆਪਣੀਆਂ ਆਦਤਾਂ ਦਾ ਗੁਲਾਮ ਹੈ। ਅਸੀਂ ਸਵਖਤੇ ਉੱਠਦੇ ਨਹੀਂ, ਅੰਮ੍ਰਿਤ ਵੇਲੇ ਨੂੰ ਅਸੀਂ ਭੁਲਾ ਚੁੱਕੇ ਹਾਂ। ਚਾਹ ਪੀਣ ਦੀ ਸਾਡੀ ਬਹੁਤ ਜ਼ਿਆਦਾ ਜਿਹੜੀ ਆਦਤ ਹੈ ਸਾਡੇ ਸਰੀਰ ਨੂੰ ਕਿੱਦਾਂ ਖੋਖਲਾ ਕਰ ਰਹੀ ਹੈ। ਕਿਸ ਤਰ੍ਹਾਂ ਅਸੀਂ ਸੈਰ ਨਹੀਂ ਕਰਦੇ, ਕਿਸ ਤਰ੍ਹਾਂ ਅਸੀਂ ਸਮੇਂ 'ਤੇ ਸੌਂਦੇ ਨਹੀਂ। ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਆਦਤਾਂ ਜਿਹਨੇ ਸਾਡੇ ਜੀਵਨ 'ਤੇ ਇੱਕ ਮਾੜਾ ਅਸਰ ਪਾਇਆ, ਉਹਦੇ ਵੱਲ ਇਹ ਇਸ਼ਾਰਾ ਕਰਦੇ हैं। ਹੈਂਕੜ ਅਤੇ ਹਉਮੈ ਦੀ ਮਾਰ ਡਾਕਟਰ ਹਰਸ਼ਿੰਦਰ ਕੌਰ ਦਾ ਲਿਖਿਆ ਹੋਇਆ ਨਿਬੰਧ। ਗੁਰਬਾਣੀ ਕਹਿੰਦੀ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ, ਕਿ ਸਭ ਤੋਂ ਵੱਡਾ ਜੇ ਕੋਈ ਰੋਗ ਹੈ ਨਾ ਕਿਸੇ ਨੂੰ ਤੇ ਉਹ ਅਹਿਮ ਦਾ ਰੋਗ ਹੈ, ਮੈਂ ਭਾਵ ਦਾ ਰੋਗ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਜਿੰਨੀਆਂ ਵੀ ਚੰਗਿਆਈਆਂ ਨੇ, ਜਿੰਨੇ ਵੀ ਗੁਣ ਨੇ, ਉਹਨਾਂ ਦਾ ਜੇ ਕੋਈ ਤੱਤ ਹੈ, ਜੇ ਉਹਨਾਂ ਦਾ ਕੋਈ ਨਿਚੋੜ ਹੈ ਤੇ ਉਹ ਮਿਠਾਸ ਹੈ ਤੇ ਨਿਮਰਤਾ ਹੈ। ਤੇ ਹਉਮੈ ਜਿਹੜੀ ਹੈ, ਅਹਿਮ ਭਾਵ ਜਿਹੜਾ ਹੈ, ਉਹ ਇਸ ਨਿਮਰਤਾ ਦਾ ਵਿਰੋਧੀ ਹੈ। ਤੇ ਹਉਮੈ ਮਨੁੱਖ ਨੂੰ ਕਿੱਥੇ ਕਿੱਥੇ ਪਰੇਸ਼ਾਨ ਕਰਦੀ ਹੈ, ਕਿੱਦਾਂ ਖੱਜਲ ਖੁਆਰ ਕਰਦੀ ਹੈ, ਕਿੱਦਾਂ ਹਉਮੈ ਸਾਡੇ ਜੀਵਨ ਵਿੱਚ ਪੈਰ ਪਸਾਰਦੀ ਹੈ, ਕਿੱਦਾਂ ਹਉਮੈ ਗ੍ਰਸਤ ਹੋ ਕੇ ਅਸੀਂ ਕਿੰਨਾ ਨੁਕਸਾਨ ਕਰ ਬੈਠਦੇ ਹਾਂ, ਕੀ ਖਮਿਆਜ਼ਾ ਭੁਗਤਣਾ ਪੈਂਦਾ ਸਾਨੂੰ। ਬੜੀ ਬਾਰੀਕੀ ਦੇ ਨਾਲ ਇੱਕ ਬਹੁਤ ਮਾਰਮਿਕ ਘਟਨਾ ਦਾ ਉਹ ਜ਼ਿਕਰ ਕਰਦੀ ਹੈ ਇਸ ਵਿੱਚ, ਜੋ ਸੱਚੀ ਘਟਨਾ ਹੈ, ਕਿ ਕਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚੇ ਦਾ ਆਪਣੀ ਨਵੀਂ ਖਰੀਦੀ ਗੱਡੀ ਤੇ ਕੁਝ ਝਰੀਟਾ ਮਾਰਨ ਕਰਕੇ ਉਹਦਾ ਹੱਥ ਤੋੜ ਦਿੰਦਾ। ਇਹ ਪਦਾਰਥਕ ਜਿਹੜੀ ਹਉਮੈ ਹੈ ਇੱਕ ਪਿਤਾ ਨੂੰ ਆਪਣੇ ਬੱਚੇ ਦਾ ਹੀ ਦੁਸ਼ਮਣ ਬਣਾ ਦਿੰਦੀ ਹੈ, ਹਮੇਸ਼ਾ ਹਮੇਸ਼ਾ ਵਾਸਤੇ ਆਪਣੇ ਬੱਚੇ ਨੂੰ ਹੀ ਅਪਾਹਿਜ ਕਰ ਦਿੰਦਾ। ਇਸ ਤੋਂ ਇਲਾਵਾ ਇੱਕ ਸਫ਼ਰਨਾਮਾ ਹੈ ਸਾਡੇ ਕੋਲੋਂ, ਪੱਛੋਂ ਦੀਆਂ ਭੈਣ ਕਣੀਆਂ, ਜਿਹਦੇ ਵਿੱਚ ਰੋਹਤਾਂਗ ਸ਼ਿਲਾਂਗ ਦੀ ਯਾਤਰਾ ਦਾ ਵਰਣਨ ਕੀਤਾ ਗਿਆ, ਕਿਸ ਤਰ੍ਹਾਂ ਕੁੜੀਆਂ ਦਾ ਟ੍ਰਿਪ ਜਿਹੜਾ ਹੈ ਉਹ ਆਪਣੇ ਅਧਿਆਪਕਾਂ ਦੇ ਨਾਲ ਹਿਮਾਚਲ ਦੀਆਂ ਵਾਦੀਆਂ ਦੀ ਸੈਰ ਕਰਨ ਵਾਸਤੇ ਜਾਂਦਾ, ਕੀ ਰਮਣੀਕ ਨਜ਼ਾਰੇ ਉਹਨਾਂ ਨੂੰ ਨਜ਼ਰ ਆਉਂਦੇ ਆ ਤੇ ਕੀ ਔਕੜਾਂ ਆਉਂਦੀਆਂ। ਇਸ ਸਫ਼ਰਨਾਮੇ ਦਾ ਇੱਕ ਹਿੱਸਾ ਜਿਹੜਾ ਅਸੀਂ ਕਹਿ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਪਾਠ ਸਾਡੀ ਅੱਜ ਦੀ ਟੈਕਨੋਲੋਜੀ ਨਾਲ ਜੁੜਿਆ ਹੋਇਆ, ਕੰਪਿਊਟਰ ਸੌਫਟਵੇਅਰ ਦੀ ਵਰਤੋਂ। ਅਸੀਂ ਸਭ ਜਾਣਦੇ ਹਾਂ ਕਿ ਅੱਜ ਦਾ ਦੌਰ ਕੰਪਿਊਟਰ ਦਾ ਦੌਰ ਹੈ, ਬਲਕਿ ਇੱਥੋਂ ਤੱਕ ਕਿਹਾ ਜਾਂਦਾ ਕਿ ਜਿਹਨੂੰ ਕੰਪਿਊਟਰ ਨਹੀਂ ਆਉਂਦਾ ਉਹਨੂੰ ਤੁਸੀਂ ਇਲਿਟਰੇਟ ਸਮਝੋ, ਉਹ ਅਨਪੜ੍ਹ, ਕਿਉਂਕਿ ਕੋਈ ਵੀ ਅਦਾਰਾ ਇਹੋ ਜਿਹਾ ਨਹੀਂ ਹੈ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੁੰਦੀ ਹੋਵੇ। ਤੇ ਕੰਪਿਊਟਰ ਦੀ ਵਰਤੋਂ ਦਾ ਪੰਜਾਬੀ ਭਾਸ਼ਾ ਨਾਲ ਕੀ ਤਾਲੁਕ ਹੈ? ਬਿਲਕੁਲ ਤਾਲੁਕ ਹੈ।